ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੂੰ ਤਿਹਾ ਹਉ ਕਰੀ ਵਖਿਆਣ ਗੁਰ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰਾਂਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਹਿਰਦੈ ਨਿਤ ਧਿਆਉ ਗੁਰ ਰਾਮਦਾਸ ਗੁਣ ਗਾਵ ਗੁਰ ਅਰਜਨ ਬਿਘਨ ਕੇ ਨਾਸਕ ਬਿਘਨ ਕੇ ਨਾਸਕ ਗੁਰ ਹਰਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਗੁਰ ਗੋਬਿੰਦ ਸਿੰਘ ਬਿਸਾਲਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਤਰੁ ਤਾਰਾ ਪਰ ਪੁਨ ਪੁਨ ਸੀਸਾ ਜੀ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕ ਓੰਕਾਰਾ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ
ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਜੀ। ਅੱਲਾ ਅਕਾਲ ਏਕ ਸ਼੍ਰੀ ਨਾਮੂ। ਦਾਵੇ ਕਰੇ ਪਖੰਡਣ ਧਾਮੂ। ਜਗਤ ਝੂਠ ਮਹਿ ਝੂਠੇ ਦਾਵੇ। ਦ੍ਰਿਸ਼ਟਮਾਨ ਸਭ ਹੀ ਬਿਨਸਾਵੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੁਗ ਅਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਪੂਜਨੀਕ ਧੰਨ ਮਾਤਾ ਰਾਜ ਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਂਝ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ ਸਾਰੇ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਲਾ ਅਕਾਲ ਏਕ ਸ਼੍ਰੀ ਨਾਮੂ। ਦਾਵੇ ਕਰੇ ਪਖੰਡਣ ਧਾਮੂ। ਕਵੀ ਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਦੋਂ ਮਾਲੋ ਸ਼ੇਖ ਨੇ ਸਤਿਗੁਰ ਦੇ ਚਰਨਾਂ 'ਚ ਇਹ ਬੇਨਤੀ ਕਰਦਾ ਹੋਇਆ ਸਵਾਲ ਕੀਤਾ ਸੀ ਕਿ ਮਹਾਨ ਕੌਣ ਹੈ, ਹਿੰਦੂ ਜਾਂ ਮਹਾਨ ਮੁਸਲਮਾਨ ਹੈ, ਵੱਡਾ ਤੁਰਕ ਹੈ ਜਾਂ ਹਿੰਦੂ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਾਲੋ ਸ਼ੇਖ ਨੂੰ ਸਮਝਾ ਰਹੇ ਨੇ ਕਿ ਮਾਲੋ ਸ਼ੇਖ ਅਸਲ ਵਿੱਚ ਸਰੀਰਾਂ ਦੇ ਨਾਂ 'ਤੇ ਰੱਖੇ ਜਾ ਸਕਦੇ ਨੇ, ਔਰ ਜੋ ਹਿੰਦੂ ਇੱਕ ਸਰੀਰ 'ਤੇ ਹੋ ਸਕਦਾ ਹੈ, ਮੁਸਲਮਾਨ ਇੱਕ ਸਰੀਰ 'ਤੇ ਹੋ ਸਕਦਾ ਹੈ। ਇੱਕ ਸਰੀਰ ਦੇ ਵਿੱਚ ਰਹਿ ਕੇ ਕੋਈ ਰਾਮ ਕਹਿ ਸਕਦਾ, ਕੋਈ ਖੁਦਾ ਕਹਿ ਸਕਦਾ ਹੈ, ਪਰ ਸਤਿਗੁਰੂ ਜੀ ਕਹਿੰਦੇ ਨੇ ਅਕਾਲ ਏਕ ਸ਼੍ਰੀ ਨਾਮੂ। ਮਾਲੋ ਸ਼ੇਖ ਅਸਲ ਵਿੱਚ ਉਹ ਅੱਲਾ ਤੇ ਅਕਾਲ, ਜਾਂ ਇਹ ਕਹਿ ਰਹੀ ਕਿ ਰਾਮ ਤੇ ਅਕਾਲ ਉਹ ਇੱਕੋ ਹੀ ਹੈ, ਇੱਕ ਦੇ ਨਾਮ ਨੇ। ਦਾਵੇ ਕਰੇ ਪਖੰਡਣ ਧਾਮੂ। ਹਾਂ, ਜਿਹੜੇ ਇਹ ਦਾਅਵੇ ਕਰਦੇ ਨੇ ਕਿ ਸਾਡਾ ਰੱਬ ਵੱਡਾ ਜਾਂ ਤੁਹਾਡਾ ਰੱਬ ਵੱਡਾ, ਸਾਡੇ ਵਾਲਾ ਧਰਮ ਵੱਡਾ ਜਾਂ ਤੁਹਾਡੇ ਵਾਲਾ ਵੱਡਾ, ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਨਿਰੇ ਪਖੰਡ ਦੇ ਘਰ ਨੇ, ਔਰ ਪਖੰਡ ਹੀ ਕਰਦੇ ਨੇ। ਜਗਤ ਝੂਠ ਮੈਂ ਝੂਠੇ ਦਾਵੇ। ਸਤਿਗੁਰੂ ਜੀ ਕਹਿੰਦੇ ਨੇ ਇਹ ਝੂਠ ਦੇ ਸੰਸਾਰ ਵਿੱਚ ਦਾਅਵੇ ਕੀਤੇ ਹੋਏ ਵੀ ਝੂਠੇ ਨੇ, ਜਿਹੜੇ ਇਵੇਂ ਦੇ ਦਾਅਵੇ ਕਰਦੇ ਨੇ ਕਿ ਇਹ ਧਰਮ ਸਭ ਤੋਂ ਵੱਡਾ, ਇਹ ਧਰਮ ਸਭ ਤੋਂ ਛੋਟਾ, ਇਹ ਸਭ ਤੋਂ ਵੱਡਾ ਤੇ ਸਭ ਤੋਂ ਛੋਟਾ, ਇਹ ਦਾਅਵੇ ਕਰਨ ਵਾਲੇ ਵੀ ਝੂਠੇ ਨੇ। ਅਸਲ ਵਿੱਚ ਦ੍ਰਿਸ਼ਟਮਾਨ ਸਭ ਹੀ ਬਿਨਸਾਵੇ। ਦ੍ਰਿਸ਼ਟਮਾਨ ਜੋ ਵੀ ਹੈ ਉਹ ਸਭ ਕੁਛ ਹੀ ਝੂਠ ਹੈ, ਸਭ ਕੁਛ ਇੱਕ ਦਿਨ ਨਾਸ ਹੋ ਜਾਣਾ ਹੈ। ਇਹ ਸਰੀਰਾਂ ਕਰਕੇ ਬੜੇ ਹੋਏ ਹਿੰਦੂ, ਸਿੱਖ ਜਾਂ ਮੁਸਲਮਾਨ ਇੱਕ ਦਿਨ ਕਿਹੜਾ ਸਰੀਰ ਕਿਹੜਾ ਰਹਿਣੇ ਨੇ, ਇਹ ਤੇ ਨਾਸ ਹੋ ਜਾਣੇ ਨੇ। ਆਸ ਵਿਚਾਰ ਮਾਲੋ ਔਰ ਕਰੀਏ, ਚਾਹੇ ਜੇ ਭਲਾ ਭਰਮ ਕੋ ਪਰ ਹਰੀਏ। ਸਤਿਗੁਰੂ ਕਹਿੰਦੇ ਨੇ ਮਾਲੋ ਸ਼ੇਖ
इस तरह के विचार अपने हिरदे विच करो। जे अपना भला चाहना है तो ये जिहड़ी भैड़ी मत है, ये भैड़ी मत नूं छड्ड के ये भरम कढ दिओ, ये भरम छड्ड ही दिओ कि वड्डा कौन ते छोटा कौन, वड्डा एक परमेश्वर ही है। कुमत विधारण दिए उपदेशा, कृपा दृष्ट देखे जगतेसा। कुमत विधारण, भैड़ी मत नूं दूर करने वास्ते गुरु साहिब जी ने उपदेश दिता, तो उपदेश दिंदिआं नाल ही सतगुरु धन गुरु नानक साहिब जी ने कृपा की दृष्टि नाल निगाह भर के इस भाई मालो शेख दे वल्ले देखिया है। दम कंदन के बचन ते आनंद सदन सुख बैन। हुण जिहड़े दंभा दा नाश करने वाले पखंडां नूं दूर करने वाले सतगुरु धन गुरु नानक साहिब जी बचन कह रहे हैं, ये बचन भी आनंद देने वाले ने। गुरु साहिब जी आप ही आनंद का कारण ने। और फिर उत्तों गुरु साहिब ने जिहड़ी कृपा की दृष्टि नाल देखिया है, इहदे नाल मालो शेख दे अंदर इन्ना को आनंद आया। पद पंकज पार पर रहियो, हरकत और पी चैन। कहंदे ये गुरु साहिब के चरणों ते टह पिया, सिर गुरु साहिब के चरणों ते रखिया, दोवें हत्थां नाल गुरु साहिब के दोवें चरण फड़े। इन्ना को प्रसन्न, इन्ना को आनंद आया, अंदर इन्ना को चैन आया कि चित ना करे कि गुरु साहिब के चरणों विचों मैं सिर चुक लवां। होए देन मन बिना बखानी, अब जाने तुम श्री गुण खानी। चरणों के विच सिर रखिया हुए बेनतियां कर रहा है, इन्ना को देन होया कि सतगुरु जी सुनिया सी तुसीं गुणां दी खान हो, बड़िया तो सुनिया सी तुहाडे कोल सारे गुण ने। अब जाने तुम श्री गुण खानी, हुण जान भी लिया है कि सचमुच ही आप जी गुणां दी खान हो। भयो मरीदंग रावर के राम, बचन सुनत भ्रम मिट गयो मेरा। सतगुर दे तुहाडे दर्शन करदे ठंड पई सी, तुहाडे बचन सुन के मेरे अंदर दे सारे भरम ही मिट गए ने। ये द्वैश अंदरों खत्म ही हो गई कि हिंदू के मुसलमान। कृपा करो अज तो हुण तो मैं तुहाडा मरीद, सतगुर जी तुसीं मेरे मुर्शिद, मैं तुहाडा मुरीद, मैं तुहाडा चेला। हो खुदाए मूर्त तारे आए, तावे द्वैत पखंड मिटाए। सतगुरु जी कृपा करो अज तो अपने सिखा वर्गा सिख मैनू बनाओ। अज तो तुसी मेरे पीर, मेरे गुरु, मेरे देवते, रब सब कुछ तुसी हो। कृपा करो मैनू सिक्खी दी दात बख्शो। हो खुदाए मूर्त तारे आए, ये समझ आ गई है कि तुसी आप ही खुदा हो। ये शरीर धारण करके तुसी इस संसार ते आए, दावे द्वैत पखंड मिटाए। आके इत्थों जिन्ने लोग झूठे दावे करते सन कि मैं हिंदू, मैं मुसलमान, जिन्ने द्वैत विच फसे सन, वो सारिਆਂ ਦਾ द्वैत कट के, सारिਆਂ ਦਾ पखंड मिटा के सतगुरु जी तुसीं उन्हां दा भला कीता है। अब तो पीर पए हो मेरे, उपजे शांत दर्श को हेरे। सतगुरु जी हुण तो तुसी मेरे पीर, मैं तुहाडा चेला, क्योंकि तुहाडे दर्शन करके भजन सुन के अंदर शांति बड़ी आई है। मोर और नबरव रूप तुम्हारा, बिचन किरण युत करो बसारा। सतगुरु जी मेरे हिरदे रूपी आकाश दे विच आप जी सूरज रूपी चानण बन के आए हो। हुण देखो आकाश है, आकाश दे विच जे सूरज ना होवे, चमकदा ना होवे तो की हुंदा? हुण इस टाइम सूरज नहीं तो की है? हनेरा। और बिल्कुल हिरदे रूपी घर दे विच भी जे इस आकाश दे विच भी ज्ञान का सूरज ना चमके, गुरु ज्ञान की तरह है। और फिर गुरु साहब ने बचन किए ने, गुर बिन घूर अंधार, गुरु बिन समझ ना आवे।
ਅੰਦਰ ਦਾ ਸੂਰਜ ਗੁਰੂ ਦਾ ਗਿਆਨ ਹੈ, ਤੇ ਜੇ ਗਿਆਨ ਨਹੀਂ ਫਿਰ ਘੂਰ ਹਨੇਰਾ ਹੈ, ਤੇ ਗੁਰੂ ਤੋਂ ਬਿਨਾਂ ਸਮਝ ਲੱਗਣੀ ਨਹੀਂ। ਸਤਿਗੁਰੂ ਜੀ ਤੁਸੀਂ ਮੇਰੇ ਹਿਰਦੇ ਰੂਪੀ ਆਕਾਸ਼ ਦੇ ਵਿੱਚ ਸੂਰਜ ਰੂਪ ਬਣ ਕੇ ਆਏ। ਬਚਨ ਕਿਰਨ ਯੁੱਤ ਕਰੋ ਵਿਸਾਰਾ, ਤੁਹਾਡੇ ਬਚਨ ਸੂਰਜ ਦੀਆਂ ਉਹਨਾਂ ਕਿਰਨਾਂ ਵਰਗੇ ਨੇ ਕਿ ਜਿਹੜੇ ਰਾਤ ਤੋਂ ਬਾਅਦ ਆ ਕੇ ਧਰਤੀ 'ਤੇ ਪੈਂਦੀਆਂ ਨੇ। ਜਿੱਥੇ ਧਰਤੀ ਦੇ ਠੰਡ ਨੂੰ ਦੂਰ ਕਰਦੀਆਂ ਨੇ, ਉੱਥੇ ਇਹ ਚਾਨਣ ਦਿੰਦੀਆਂ ਨੇ। ਸਤਿਗੁਰੂ ਜਿੱਥੇ ਹਨੇਰਾ ਤੁਸੀਂ ਖਤਮ ਕੀਤਾ, ਉੱਥੇ ਦਵੈਸ਼ ਦੀ ਅੱਗ ਵੀ ਮਿਟਾਈ। ਦੀਪੈ ਸਦੀਵ ਮੋਹ ਤਮ ਨਾਸ਼ੋ, ਕਲ ਮਨ ਉੱਡ ਕੋ ਮਿਟੇ ਪ੍ਰਕਾਸ਼ੂ। ਸਤਿਗੁਰੂ ਜੀ ਤੁਸੀਂ ਹਨੇਰੇ ਨੂੰ ਦੂਰ ਕਰਨ ਵਾਲੇ ਹੋ, ਮੇਰੇ ਵਰਗੇ ਹਨੇਰੇ ਨੂੰ ਦੂਰ ਕਰਨ ਵਾਲੇ ਹੋ। ਤੁਸੀਂ ਪਾਪਾ ਰੂਪੇ ਤਾਰਿਆਂ ਦਾ ਪ੍ਰਕਾਸ਼ ਦੂਰ ਕਰਨ ਵਾਲੇ ਹੋ, ਪਖੰਡਾ ਰੂਪੇ ਜਿਹੜੇ ਤਾਰੇ ਚਮਕ ਰਹੇ ਨੇ। ਪ੍ਰਸ਼ਨ ਕਹੂੰ ਇੱਕ ਔਰ ਮੁਝ ਜੋ ਖੁਦਾਏ ਦਰਗਾਹ, ਕਿਉਂਕਿ ਪਹਿਲੋਂ ਪ੍ਰਸ਼ਨ ਕੀਤਾ ਸੀ ਇੱਕ ਦਵੈਸ਼ ਦੇ ਵਿੱਚ, ਈਰਖਾ ਦੇ ਵਿੱਚ। ਹੁਣ ਮੰਨ ਲਓ ਸ਼ੇਖ ਗੁਰੂ ਸਾਹਿਬ ਦੇ ਚਰਨ ਫੜੇ ਨੇ, ਸਿਰ ਗੁਰੂ ਸਾਹਿਬ ਦੇ ਚਰਨਾਂ 'ਤੇ ਰੱਖਿਆ ਹੈ। ਕਹਿੰਦਾ ਸਤਿਗੁਰੂ ਜੀ ਇੱਕ ਪ੍ਰਸ਼ਨ ਹੋਰ ਕਰ ਲਓ। ਸਤਿਗੁਰੂ ਜੀ ਨੇ ਸੇਸ ਤੋਂ ਫੜ ਕੇ ਉੱਤੇ ਉਠਾਇਆ ਬਿਠਾਇਆ ਹੈ ਕਿ ਮੰਨ ਲਓ ਸ਼ੇਖ ਪੁੱਛ, ਪ੍ਰਸ਼ਨ ਜਿੰਨੇ ਮਰਜ਼ੀ ਪੁੱਛ, ਸਵਾਲ ਜਿੰਨੇ ਮਰਜ਼ੀ ਪੁੱਛ, ਪਰ ਅੰਦਰ ਦਵੈਤ ਨਹੀਂ ਰਹਿਣੀ ਚਾਹੀਦੀ। ਹੁਣ ਸਵਾਲ ਕਿ ਸਤਿਗੁਰੂ ਜੀ ਕਿਰਪਾ ਕਰਕੇ ਇਹ ਸਮਝਾਓ, ਮੁਝ ਜੋ ਖੁਦਾਏ ਦਰਗਾਹ, ਮੈਨੂੰ ਇਹ ਸਮਝਾਓ ਕਿ ਜਿਹੜੇ ਰੱਬ ਦੀ ਦਰਗਾਹ ਹੈ, ਖੁਦਾ ਦੀ ਦਰਗਾਹ ਹੈ, ਕੋ ਆਦਰਤ ਹੈ ਪਾਵੇ ਜਿਹ ਨਕਾਰ ਕਿਤਨਾ ਹੈ। ਉਸ ਖੁਦਾ ਦੀ ਦਰਗਾਹ ਦੇ ਵਿੱਚ ਆਦਰ ਕਿਹਨਾਂ ਨੂੰ ਮਿਲਦਾ ਹੈ ਕਿ ਜਿਨ੍ਹਾਂ ਨੂੰ ਖੁਦਾ ਦੀ ਦਰਗਾਹ ਦੇ ਵਿੱਚੋਂ ਬਾਹਰ ਨਹੀਂ ਕੱਢਿਆ ਜਾਂਦਾ, ਉਹ ਕੌਣ ਹੁੰਦੇ ਨੇ। ਤਿਹ ਕੇ ਲੱਛਣ ਮੁਝੇ ਸੁਣਈਐ, ਜੇ ਤੇ ਦਰਗਾਹ ਠਾਕ ਨ ਪਈਏ। ਸਤਿਗੁਰੂ ਜੀ ਮੈਨੂੰ ਉਹਨਾਂ ਦੇ ਲੱਛਣ ਦੱਸੋ ਜਿਨ੍ਹਾਂ ਨੂੰ ਦਰਗਾਹ ਦੇ ਵਿੱਚ ਮਾਣ ਮਿਲਦਾ ਹੈ, ਤੇ ਕੁਝ ਲੱਛਣ ਉਹਨਾਂ ਦੇ ਵੀ ਦੱਸੋ ਕਿ ਜਿਨ੍ਹਾਂ ਨੂੰ ਜੇਤੇ ਦਰਗਾਹ ਠਾਕ ਨ ਪਈਏ, ਰੱਬ ਦੀ ਦਰਗਾਹ ਦੇ ਵਿੱਚ ਥਾਂ ਮਿਲਦੀ ਵੀ ਨਹੀਂ। ਬਹੁ ਸ਼੍ਰੀ ਪ੍ਰਭ ਬਚਨ ਉਚਾਰੇ, ਦਵੈਤੇ ਦਾਵੇ ਜਿਹ ਮਨ ਟਾਰੇ। ਹੁਣ ਸਤਿਗੁਰੂ ਜੀ ਨੇ ਸਵਾਲ ਦਾ ਜਵਾਬ ਦਿੰਦਿਆਂ ਹੋਇਆਂ ਬਚਨ ਕੀਤੇ। ਪਹਿਲਾ ਸਵਾਲ ਇਹ ਸੀ ਕਿ ਦਰਗਾਹ ਦੇ ਵਿੱਚ ਥਾਂ ਕਿਹਨਾਂ ਨੂੰ ਮਿਲਦੀ ਹੈ, ਮਾਣ ਕਿਹਨਾਂ ਨੂੰ ਮਿਲਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ ਜਿਨ੍ਹਾਂ ਨੇ ਆਪਣੇ ਅੰਦਰੋਂ ਸਭ ਤੋਂ ਪਹਿਲੀ ਗੱਲ, ਇਹ ਜਿਹੜਾ ਦਵੈਤ ਹੈ, ਇਹ ਹਿੰਦੂ, ਇਹ ਮੁਸਲਮਾਨ, ਇਹ ਫਲਾਣਾ, ਇਹ ਜਿਨ੍ਹਾਂ ਨੇ ਦੂਰ ਕਰ ਦਿੱਤਾ ਹੈ, ਉਹਨਾਂ ਨੂੰ ਰੱਬ ਦੀ ਖੁਦਾ ਦੀ ਦਰਗਾਹ ਦੇ ਵਿੱਚ ਜ਼ਰੂਰ ਥਾਂ ਮਿਲਦੀ ਹੈ। ਦੂਸਰਾ ਉਹਨਾਂ ਨੂੰ ਮਿਲਦੀ ਹੈ ਭਾਣਾ ਵਾਹਿਗੁਰੂ ਕੋ ਮਾਨਿਓ, ਕਲ ਮੈਂ ਕੀਰਤ ਨਾਮ ਬਖਾਨਿਓ। ਜਿਨ੍ਹਾਂ ਨੇ ਇਸ ਕਲਯੁਗ ਦੇ ਵਿੱਚ ਨਾਮ ਬਖਾਨਿਓ, ਰੱਬ ਦਾ ਨਾਮ ਜਪਿਆ। ਉਹ ਨਾਮ ਜਿਸ ਤਰ੍ਹਾਂ ਦੀ ਸਮਝ ਆਈ, ਕਿਸੇ ਨੇ ਰਾਮ ਕਹਿ ਕੇ ਜਪਿਆ, ਕਿਸੇ ਨੇ ਖੁਦਾ ਕਹਿ ਕੇ ਜਪਿਆ, ਕਿਸੇ ਨੇ ਅੱਲਾ ਕਹਿ ਕੇ ਜਪਿਆ, ਕਿਸੇ ਨੇ ਵਾਹਿਗੁਰੂ ਕਹਿ ਕੇ ਜਪਿਆ, ਜਿਵੇਂ ਵੀ ਜਪਿਆ। ਇੱਕ ਤੇ ਜਿਨ੍ਹਾਂ ਨੇ ਨਾਮ ਜਪਿਆ ਤੇ ਵਾਹਿਗੁਰੂ ਦੇ ਭਾਣੇ ਨੂੰ ਮੰਨਿਆ। ਦੇਖੋ ਬੇਨਤੀ ਕਰਾਂ, ਭਾਣਾ ਮੰਨਣਾ ਤੇ ਸਭ ਨੂੰ ਪੈਂਦਾ, ਮੰਨਦੇ ਸਭ ਨੇ। ਇਹ ਭਾਵੇਂ ਕਹੀ ਜਾਣ ਕਿਸੇ ਨਹੀਂ ਮੰਨਦੇ, ਕੋਈ ਰੱਬ ਨਹੀਂ, ਭਾਣਾ ਮੰਨਣਾ ਪੈਂਦਾ ਹੈ। ਜੇ ਹੱਸ ਕੇ ਨਾ ਮੰਨੀਏ ਤੇ ਫਿਰ ਉਹ ਛਿੱਤਰ ਮਾਰ ਕੇ ਵੀ ਮਨਾਉਂਦਾ ਹੈ, ਫਿਰ ਰੋ ਰੋ ਕੇ ਵੀ ਮੰਨਣਾ ਪੈਂਦਾ ਹੈ। ਭਾਣਾ ਤੇ ਮੰਨਣਾ ਹੀ ਪੈਂਦਾ ਹੈ ਜੀ। ਜਵਾਨ ਪੁੱਤਰ ਦੀ ਮੌਤ ਹੋ ਜਾਏ ਤੇ ਕੀ ਕਰਾਂਗੇ, ਰੱਬ ਦਾ ਭਾਣਾ ਹੈ। ਜੇ ਹੱਸ ਕੇ ਨਾ ਮੰਨਾਂਗੇ ਤੇ ਰੋ ਕੇ ਤੇ ਮੰਨਣਾ ਹੀ ਪੈਣਾ ਹੈ। ਸਤਿਗੁਰੂ ਜੀ ਕਹਿੰਦੇ ਨੇ ਉਹ ਪਰਮੇਸ਼ਰ ਦਾ ਭਾਣਾ ਫਿਰ ਇਵੇਂ ਨਹੀਂ, ਫਿਰ ਰੋ ਕੇ ਨਹੀਂ, ਉਹਦਾ ਭਾਣਾ ਫਿਰ ਇਵੇਂ ਮੰਨੇ ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਮੰਨਿਆ ਤੇ ਸਾਨੂੰ ਮੰਨਣ ਵਾਸਤੇ ਕਿਹਾ ਕਿ ਭਾਵੇਂ ਤੱਤੀ ਤਵੀ ਦੇ ਉੱਤੇ ਬਿਠਾਇਆ ਹੋਵੇ, ਪਰ ਭਾਣਾ ਮੰਨਣ ਵਾਲਾ ਇੱਕੋ ਹੀ ਗੱਲ ਕਹੇ ਕਿ ਰੱਬ ਜੇ ਤੇਰਾ ਕੀਆ ਮਿੱਠਾ ਲੱਗ ਹੈ। ਬੜਾ ਮਿੱਠਾ ਲੱਗਦਾ, ਜੋ ਤੂੰ ਕੋਈ ਕਰਨਾ ਚੰਗਾ ਹੀ ਕਰਦਾ ਹੈ।
ਤਿਨ ਕੋ ਆਦਰ ਸਰਬ ਸਥਾਨਾ, ਹਰਕ ਸ਼ੋਕ ਸਭ ਮਾਨ ਅਮਾਨਾ। ਸਤਿਗੁਰੂ ਕਹਿੰਦੇ ਨੇ ਉਹਨਾਂ ਨੂੰ ਜਿਹੜੇ ਭਾਣਾ ਮੰਨਦੇ ਨੇ, ਉਹਨਾਂ ਨੂੰ ਸਾਈਂ ਦੇ ਦਰ 'ਤੇ ਆਦਰ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਉਹਨਾਂ ਨੂੰ ਸਤਿਕਾਰ ਮਿਲਦਾ ਜਿਹੜੇ ਹਰਕ ਸ਼ੋਕ ਤੋਂ ਬਿਲਕੁਲ ਇੱਕੋ ਜਿਹਾ ਕਰਕੇ ਮੰਨਦੇ ਨੇ। ਔਰ ਦੇਖੋ ਗੁਰੂ ਦੇ ਸਿੱਖ ਐਸੇ ਬਹੁਤ ਸਾਰੇ ਇਤਿਹਾਸ ਵਿੱਚ ਹੋਏ ਵੀ, ਅੱਜ ਵੀ ਨੇ, ਔਰ ਜੁਗੋ ਜੁਗ ਅਟਲ ਰਹਿਣਗੇ। ਜਿੱਥੇ ਅਸੀਂ ਆਪਣੇ ਗੁਰੂ ਦੇ ਵਾਸਤੇ ਸ਼ਬਦ ਵਰਤਨੇ ਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਹ ਸਾਡੇ ਗੁਰੂ ਜੁਗੋ ਜੁਗ ਅਟਲ ਨੇ। ਅਤੇ ਉੱਥੇ ਬੇਨਤੀ ਕਰਦੇ ਜੇ ਗੁਰੂ ਜੁਗੋ ਜੁਗ ਅਟਲ ਅਤੇ ਗੁਰੂ ਕੋ ਸਿੱਖ ਵੀ ਜੁਗੋ ਜੁਗ ਅਟਲ ਨੇ। ਇਹ ਗੱਲ ਵੱਖਰੀ ਹੈ ਕਿ ਭਾਵੇਂ ਕਰੋੜਾਂ ਦੇ ਵਿੱਚੋਂ ਕੋਈ ਇੱਕ ਹੋਵੇ। ਇਹ ਤਾਂ ਗੁਰੂ ਸਾਹਿਬ ਨੇ ਬਚਨ ਵੀ ਕਹੇ ਨੇ ਨਾ ਵੀ ਭੀੜ ਤਾਂ ਬਹੁਤੀ ਹੁੰਦੀ ਹੈ, ਪਰ ਹੁੰਦਾ ਤਾਂ ਕਰੋੜਾਂ ਚੁੱਕਦਾ ਹੀ ਹੈ। ਉਹ ਹੈ ਤੇ ਹਮੇਸ਼ਾ ਰਹੇਗਾ। ਜਿਹਨੂੰ ਸਤਿਗੁਰੂ ਜੀ ਕਹਿੰਦੇ ਨੇ ਹੈਨ ਵਿਰਲੇ ਨਾਹੀਂ ਘਣੇ, ਫੈਲ ਪਕੜ ਸੰਸਾਰ। ਉਹ ਭਾਣਾ ਜਿਹੜੇ ਮੰਨਦੇ ਹੋਣ, ਹਰਕ ਸੋਗ ਨੂੰ ਬਰਾਬਰ ਕਰਕੇ ਜਾਣਦੇ ਹੋਣ। ਦੇਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੂੰ ਇੱਕ ਸਿੱਖ ਨੇ ਸਵਾਲ ਕੀਤਾ ਸੀ, ਗੁਰੂ ਸਾਹਿਬ ਜੀ ਜਦੋਂ ਸਮਝਾ ਰਹੇ ਸਨ ਵੀ ਭਾਈ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿਣਾ ਹੈ, ਕਿਉਂਕਿ ਉਹ ਜਿਹੜਾ ਪਰਮੇਸ਼ਰ ਉਹਦਾ ਨਾਮ ਇੱਕ ਨਿਰੰਜਨ ਵੀ ਹੈ। ਅਤੇ ਨਿਰੰਜਨ ਉਹ ਕਹਿੰਦੇ ਨੇ ਜਿਹੜੇ ਕਾਲਖ ਤੋਂ ਰਹਿਤ ਹੋਏ, ਮਾਇਆ ਦੇ ਕਾਲਖ ਤੋਂ ਰਹਿਤ ਹੋਏ। ਇਹਦਾ ਭਾਵ ਅਰਥ ਹੈ ਕਿ ਜਿਹੜਾ ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਦੇ ਵਿੱਚ ਨਿਰਲੇਪ ਨਾ ਹੋਵੇ, ਮਾਇਆ ਤੋਂ ਬਾਹਰ ਹੋਵੇ, ਨਿਰਲੇਪ ਹੋਵੇ। ਸਿੱਖ ਨੇ ਸਵਾਲ ਕੀਤਾ, ਸਤਿਗੁਰੂ ਜੀ ਮਾਇਆ ਦੇ ਵਿੱਚ ਰਹਿ ਕੇ ਵੀ ਮਾਇਆ ਤੋਂ ਕੋਈ ਨਿਰਲੇਪ ਰਹਿ ਸਕਦਾ ਹੈ? ਕਿਉਂਕਿ ਸਵਾਲ ਕਰਨ ਵਾਲੇ ਕਈ ਵਾਰੀ ਸਵਾਲ ਇੰਨਾ ਹੁੰਦਾ ਨਾ, ਮਾਇਆ ਸਮਝਦਾ ਹੈ ਕਿ ਸ਼ਾਇਦ ਰੁਪਈਆ ਪੈਸਾ ਹੀ ਮਾਇਆ ਹੈ। ਇਹ ਰੱਬ ਨੇ ਜੋ ਕੁਛ ਬਣਾਇਆ ਅਸਲ ਵਿੱਚ ਸਭ ਕੁਛ ਹੈ ਹੀ ਮਾਇਆ। ਕਿ ਜਿਹੜੇ ਆਪਣੇ ਵੱਲ ਨੂੰ ਚੀਜ਼ ਖਿੱਚ ਪਾਏ ਬਸ ਉਹੀ ਮਾਇਆ ਹੈ। ਜਿਹਦੇ ਵੱਲ ਨੂੰ ਬੰਦਾ ਖਿੱਚਿਆ ਜਾਏ, ਰੱਬ ਨੂੰ ਭੁੱਲ ਜਾਏ, ਉਹ ਮਾਇਆ ਹੈ। ਸਤਿਗੁਰੂ ਜੀ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਕੋਈ ਨਿਰਲੇਪ ਰਹਿ ਸਕਦਾ ਹੈ, ਐਸਾ ਅੱਜ ਦਾ ਕੋਈ ਸਿੱਖ ਹੈ ਵੀ ਜਿਹਨੇ ਇਵੇਂ ਦੀ ਸਿੱਖੀ ਨੂੰ ਕਮਾਇਆ ਹੋਵੇ। ਅਤੇ ਸਤਿਗੁਰੂ ਜੀ ਨੇ ਭੇਜਿਆ ਸੀ ਭਾਈ ਬੰਨੋ ਦੇ ਕੋਲ। ਦੇਖੋ ਭਾਈ ਬੰਨੋ ਉਹ ਗੁਰੂ ਦਾ ਉਹ ਸਿੱਖ ਹੈ ਕਿ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਬਾਣੀ ਲਿਖਾਉਂਦੇ ਨੇ, ਭਾਈ ਗੁਰਦਾਸ ਜੀ ਲਿਖਦੇ ਨੇ, ਉੱਥੇ ਭਾਈ ਬੰਨੋ ਜੀ ਕਲਮਾਂ ਕੜ ਕੇ ਦਿੰਦੇ ਸਨ, ਕਾਗਜ਼ ਦਾ ਇੰਤਜ਼ਾਮ ਕਰਦੇ ਸਨ, ਸ਼ਾਹੀ ਤਿਆਰ ਕਰਦੇ ਸਨ। ਇਸ ਭਾਈ ਬੰਨੋ ਜੀ ਦੇ ਕੋਲ ਭੇਜਿਆ ਕਿ ਇਵੇਂ ਦਾ ਸਿੱਖ ਵੇਖਣਾ ਤੇ ਭਾਈ ਬੰਨੋ ਕੋਲ ਜਾ। ਹੁਣ ਭਾਈ ਬੰਨੋ ਇਹ ਜਿਹੜਾ ਛੋਟੀ ਜਿਹੀ ਦੀ ਦੁਕਾਨ ਸੀ ਘਿਓ ਦੀ, ਜਾਂ ਅੱਜ ਦਾ ਸ਼ਬਦ ਵਰਤ ਲਈਏ ਡੈਰੀ ਸੀ। ਅਤੇ ਜਦੋਂ ਗੁਰੂ ਕਾ ਸਿੱਖ ਪਹੁੰਚਿਆ, ਭਾਈ ਬੰਨੋ ਕਿਸੇ ਨੂੰ ਘਿਓ ਤੋਲ ਕੇ ਦੇਵੇ। ਘਿਓ ਦੇਣ ਤੋਂ ਬਾਅਦ ਸਿਰਫ 1-2 ਪੈਸਿਆਂ ਦਾ ਕੋਈ ਰੌਲਾ ਸੀ, ਪੈਸੇ ਘੱਟ ਦੇ ਰਹੇ ਸੀ ਗ੍ਰਾਹਕ। ਅਤੇ ਭਾਈ ਬੰਨੋ ਕਹਿੰਦਾ ਕਿ ਘੱਟ ਨਹੀਂ ਲੈਣਾ ਭਾਈ, ਘਿਓ ਤੋਲ ਕੇ ਭਾਵੇਂ ਵੱਧ ਦੇ ਦਿਆਂ, ਘੱਟ ਦੇਣਾ ਨਹੀਂ ਅਤੇ ਘੱਟ ਲੈਣਾ ਵੀ ਨਹੀਂ। ਉਹ ਗੁਰੂ ਕਾ ਸਿੱਖ ਉਹ ਸੀ ਕਿ ਜੇ ਕੋਈ ਲੋੜਵੰਦ ਆ ਜਾਏ ਤਾਂ ਭਾਵੇਂ ਬਿਨਾਂ ਤੋਲੇ ਤੋਂ ਜਿੰਨਾ ਮਰਜ਼ੀ ਪਾ ਦੇਵੇ, ਪਰ ਜੇ ਕੋਈ ਆਕੜ ਕੇ ਕਹੇ ਮੈਂ ਦੇਣੀ ਇੰਨੇ ਨੇ। ਹੁਣ ਇਹ ਜਿਹੜਾ ਝਗੜਾ ਸੁਣ ਕੇ ਉਹ ਸਿੱਖ ਦੇ ਮਨ ਵਿੱਚ ਹੋਰ ਸਗੋਂ ਦੁਵੈਸ਼ ਪੈਦਾ ਹੋਈ, ਭਰਮ ਪੈਦਾ ਹੋ ਗਿਆ ਕਿ ਗੁਰੂ ਸਾਹਿਬ ਜੀ ਨੇ ਘੱਲ ਕਿਹੜੇ ਕੋਲ ਦਿੱਤਾ ਹੈ। ਇਹ ਸਿੱਖ ਹੈ ਜਿਹੜਾ 1-2 ਪੈਸਾ ਪਿੱਛੇ ਲੜ ਰਿਹਾ, ਇਹ ਮਾਇਆ ਦੇ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਕਿਵੇਂ ਹੋ ਸਕਦਾ ਹੈ। ਖੈਰ ਉਹ ਚਲਾ ਗਿਆ ਅਤੇ ਗੁਰੂ ਕੇ ਸਿੱਖ ਨੂੰ ਭਾਈ ਬੰਨੋ ਨੇ ਪੁੱਛਿਆ, ਭਾਈ ਦੱਸ ਕਿਉਂ ਲੈਣਾ ਹੈ, ਕਿੰਨਾ ਪਾਵਾਂ? ਅਤੇ ਜਦੋਂ ਉਹਨੇ ਕਿਹਾ ਕਿ ਭਾਈ ਘਿਓ ਲੈਣ ਨਹੀਂ ਆਇਆ, ਮੈਂ ਅੰਮ੍ਰਿਤਸਰ ਸਾਹਿਬ ਤੋਂ ਆਇਆ, ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚੋਂ ਆਇਆ, ਬਸ ਇੰਨੀ ਗੱਲ ਸੁਣੀ, ਭਾਈ ਬੰਨੋ ਨੇ ਕੱਪੜਾ ਲੈ ਕੇ ਹੱਥ ਸਾਫ਼ ਕੀਤੇ, ਸਿੱਖ ਦੇ ਚਰਨਾਂ ਵਿੱਚ ਨਮਸਕਾਰ ਕੀਤੀ, ਮੇਰੇ ਗੁਰੂ ਦੀ ਨਗਰੀ ਤੋਂ ਆਇਆ ਹੈ, ਗੁਰੂ ਕਾ ਸਿੱਖ ਆਇਆ। ਅਤੇ ਭਰਾਵਾ ਸਿੱਖਾ ਚੱਲ ਫਿਰ ਕੋਈ ਸੇਵਾ ਕਰ ਲੈ ਗਿਆ ਕਿ ਦੱਸ ਭਾਈ ਛਕੇਂਗਾ ਕੀ? ਔਰ ਸਿੱਖ ਕਹਿੰਦਾ ਛਕਣਾ ਕੁਝ ਨਹੀਂ, ਅੱਜ ਇਸ਼ਨਾਨ ਕਰਨਾ ਹੈ।
ਤੇ 10 ਭਰਾਵਾ ਇਸ਼ਨਾਨ ਠੰਡੇ ਪਾਣੀ ਨਾਲ ਕਰੇਗਾ ਕਿ ਗਰਮ ਕਰਦੇ ਆ? ਗੁਰੂ ਸਿੱਖ ਕਹਿੰਦਾ ਕਿ ਨਹੀਂ, ਘਿਓ ਦੇ ਵਪਾਰੀ ਦੇ ਘਰ ਆਇਆ, ਪਾਣੀ ਨਾਲ ਤਾਂ ਰੋਜ਼ ਹੀ ਨਹਾਈਦਾ, ਅੱਜ ਮੇਰਾ ਚਿੱਤ ਕਰਦਾ ਮੈਂ ਘਿਓ ਨਾਲ ਹੀ ਨਹਾਵਾਂ। ਔਰ ਗੁਰੂ ਕੇ ਸਿੱਖ ਭਾਈ ਬੰਨੋ ਨੇ ਕਿਹਾ ਕਿ ਸਤਿਗੁਰੂ ਜੀ ਧੰਨ ਹੈ, ਅੱਜ ਮੇਰੀ ਕਿਰਤ ਵੀ ਸਫਲੀ ਕਰ ਦਿੱਤੀ। ਕੁਝ ਨੇ ਪੁੱਛਿਆ, ਬਸ ਬਾਲਟਾ ਘਿਓ ਦਾ ਫੜਿਆ। ਔਰ ਜਿਹੜੇ ਬਾਥਰੂਮ ਬਾਹਰ ਖੁੱਲ੍ਹੇ ਹੁੰਦੇ ਸਨ ਕਿ ਜਿੱਥੇ ਇਸ਼ਨਾਨ ਕਰਵਾਉਣਾ, ਫੱਟੀ ਰੱਖੀ, 2 ਡੱਬੇ ਭਰੇ, ਫੱਟੀ ਦੇ ਉੱਤੇ ਪਾ ਦਿੱਤੇ ਕਿ ਫੱਟੀ ਵੀ ਸਾਫ਼ ਹੋ ਜਾਏ। ਤੇ ਜਦੋਂ ਤੀਜਾ ਡੱਬਾ ਡੋਲ੍ਹਣ ਲੱਗਿਆ, ਸਿੱਖ ਨੇ ਫਿਰ ਹੱਥ ਫੜ ਲਿਆ, ਭਰਾਵਾ ਮੈਂ ਨਹੀਂ ਨਹਾਉਣਾ, ਮੈਂ ਤਾਂ ਵੇਖਣਾ ਚਾਹੁੰਦਾ ਸੀ ਇਹ ਕਰਦਾ ਕੀ ਪਿਆ ਹੈ। ਇੱਕ ਪਾਸੇ 1-2 ਪੈਸੇ ਤੋਂ ਲੜਾਈ ਕਰ ਰਿਹਾ ਸੀ ਤੇ ਇੱਥੇ ਬਿਨਾਂ ਮਤਲਬ ਤੋਂ 2 ਡੱਬੇ ਭਰ ਕੇ ਘਿਓ ਦੇ ਥੱਲੇ ਡੋਲ ਦਿੱਤੇ। ਬਾਲਟੀ ਭਰ ਕੇ ਵੀ ਲੈ ਆਇਆ, ਨਹਾਉਣ ਨੂੰ ਵੀ ਤਿਆਰ ਹੋ ਗਿਆ। ਔਰ ਭਾਈ ਬੰਨੋ ਕਹਿੰਦਾ ਕਿ ਗੁਰੂ ਕੇ ਸਿੱਖਾ ਭਰਾਵਾ, ਉਹ ਮੇਰੀ ਕੀਰਤ ਹੈ, ਉਹ 10 ਨੋਹਾਂ ਦੀ ਕੀਰਤ ਹੈ, ਮੈਂ ਕਿਸੇ ਤੋਂ ਘੱਟ ਕਿਸੇ ਨੂੰ ਦਿੰਦਾ ਨਹੀਂ। ਤੇ ਜੇ ਕੋਈ ਧੱਕੇ ਨਾਲ ਘੱਟ ਦੇਣ ਦਾ ਯਤਨ ਕਰੇ ਫਿਰ ਘੱਟ ਲੈਂਦਾ ਵੀ ਨਹੀਂ, ਵੱਧ ਦੇ ਭਾਵੇਂ ਦੇ ਦਿਆਂ, ਪਰ ਇਹ ਮੇਰਾ ਧਰਮ ਹੈ। ਉਹ ਕੀਰਤ ਸੀ, ਇਹ ਧਰਮ ਹੈ। ਤੇ ਧਰਮ ਦੇ ਉੱਤੋਂ ਭਾਵੇਂ ਮੈਂ 1-2 ਘਿਓ ਦੇ ਡੱਬੇ ਕਿ ਸਾਰਾ ਘਰ ਬਾੜ ਵੀ ਜੇ ਕੁਰਬਾਨ ਕਰਨਾ ਪੈ ਜਾਏ ਨਾ, ਸਾੜਨਾ ਵੀ ਪੈ ਜਾਏ। ਗੁਰੂ ਕੇ ਸਿੱਖਾਂ ਨੇ ਸਾੜੇ। ਉਹ ਮੱਖਣ ਸ਼ਾਹ ਵਰਗਿਆਂ ਨੇ ਸਤਿਗੁਰੂ ਦੀ ਕਿਰਪਾ ਕੀਤੀ, ਜਿੱਥੇ ਸਰੀਰ ਨੂੰ ਸੰਸਕਾਰ ਕੀਤਾ, ਘਰ ਨੂੰ ਅੱਗ ਲਾ ਦਿੱਤੀ। ਗੁਰੂ ਕੇ ਸਿੱਖ ਐਸੇ ਨੇ, ਭਾਣਾ ਮੰਨਣ ਵਾਲੇ ਭਾਈ ਭਿਖਾਰੀ ਜੀ ਵਰਗੇ ਸਾਡੇ ਕੋਲ ਬੜੀਆਂ ਉਦਾਹਰਨਾਂ ਨੇ। ਇਹ ਗੁਰੂ ਸਾਹਿਬ ਜੀ ਕੇਵਲ ਉਸ ਮਾਲੋ ਸ਼ੇਖ ਨੂੰ ਨਹੀਂ ਸਮਝਾ ਰਹੇ, ਸਾਨੂੰ ਗੁਰਬਾਣੀ ਦੇ ਵਿੱਚ ਵੀ ਸਮਝਾਉਂਦੇ ਨੇ, ਅੱਜ ਵੀ ਸਮਝਾਉਂਦੇ ਨੇ, ਸਭ ਨੂੰ ਸਮਝਾ ਰਹੇ ਨੇ ਕਿ ਭਾਈ ਜਿਹੜਾ ਹਰ ਇੱਕ ਸੋਗ ਨੂੰ ਇੱਕੋ ਜਿਹਾ ਕਰਕੇ ਮੰਨੇ, ਉਹਨੂੰ ਰੱਬ ਦੇ ਦਰ 'ਤੇ ਸਤਿਕਾਰ ਮਿਲਦਾ ਹੈ, ਸਨਮਾਨ ਮਿਲਦਾ ਹੈ। ਨਹਿ ਨਕਾਰ ਤੇ ਕੋ ਕਤ ਹੋਵੈ, ਸਾਚ ਰਤੇ ਸੋ ਸਾਚ ਬਿਗੋਵੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਉਹਨਾਂ ਨੂੰ ਖੁਦਾ ਦੀ ਦਰਗਾਹ ਵਿੱਚੋਂ ਕਦੇ ਨਹੀਂ ਬਾਹਰ ਕੱਢਿਆ ਜਾਂਦਾ, ਉਹਨਾਂ ਦਾ ਨਿਰਾਦਰ ਕਦੇ ਨਹੀਂ ਹੁੰਦਾ। ਜਿਹੜੇ ਸੱਚ ਦੇ ਵਿੱਚ ਰੰਗੇ ਹੋਏ ਨੇ, ਸੱਚ ਨਾਲ ਜੁੜੇ ਹੋਏ ਨੇ। ਕੋਮਲ ਹਿਰਦੇ ਪਰ ਉਪਕਾਰੇ, ਦੁੱਖ ਸੁੱਖ ਮਹਿ ਸਮ ਕਰਤ ਵਿਚਾਰੇ। ਜਿਹੜੇ ਹਿਰਦੇ ਕੋਮਲ ਨੇ, ਦੁੱਖ ਆ ਜੇ ਸੁੱਖ ਆ ਜੇ ਇੱਕੋ ਜਿਹਾ ਕਰਕੇ ਮੰਨਦੇ ਵੀ ਨੇ, ਔਰ ਦੁਖੀ ਦੇ ਦੁੱਖ ਨੂੰ ਵੇਖ ਕੇ ਉਹਦੇ ਦੁੱਖ ਨੂੰ ਵੰਡਾਉਂਦੇ ਵੀ ਨੇ। ਸ੍ਰੀ ਗੁਰ ਕੋ ਉਪਦੇਸ਼ ਸੁਣ, ਪੇਰ ਥਾਪ ਨਿਜ ਸੋਏ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਉਪਦੇਸ਼ ਸੁਣਿਆ ਉਸ ਮਾਲੋ ਸ਼ੇਖ ਨੇ। ਮਾਲੋ ਸ਼ੇਖ ਨੇ ਗੁਰੂ ਸਾਹਿਬ ਨੂੰ ਆਪਣਾ ਪੀਰ ਬਣਾ ਲਿਆ। ਅੱਜ ਤੋਂ ਤੁਸੀਂ ਮੇਰੇ ਪੀਰ, ਮੈਂ ਤੁਹਾਡਾ ਚੇਲਾ। ਭਇਓ ਮਰੀਦ ਅਧੀਨ ਹੈਵ, ਹਿਰਦੇ ਪ੍ਰੇਮ ਮੈਂ ਹੋਏ। ਤੇ ਮਰੀਦ ਐਵੇਂ ਨਹੀਂ ਬਣਿਆ ਕਹਿਣ ਜ਼ੁਬਾਨੀ ਨਹੀਂ, ਸਾਡੇ ਤਰ੍ਹਾਂ ਪੂਰੇ ਪ੍ਰੇਮ ਦੇ ਵਿੱਚ ਭਿੱਜ ਕੇ ਮੁਰੀਦ ਬਣਿਆ ਹੈ, ਚੇਲਾ ਬਣਿਆ ਹੈ। ਅੰਦਰੋਂ ਪ੍ਰੇਮ ਜਿਹੜਾ ਉਹ ਜਾਗ ਪਿਆ। ਕੇਤਕ ਦਿਓਸ ਰਹੋ ਪ੍ਰਭ ਪਾਸੋ, ਗਇਓ ਸ਼ੇਖ ਪੁਨ ਆਪਣਾ ਅਵਾਸੂ। ਕਹਿੰਦੇ ਇਸ ਤਰ੍ਹਾਂ ਕਈ ਦਿਨ ਮਾਲੋ ਸ਼ੇਖ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਕਰਤਾਰਪੁਰ ਸਾਹਿਬ ਰਿਹਾ। ਗੁਰੂ ਦੀ ਸੰਗਤ ਕੀਤੀ, ਬਹੁਤ ਸਾਰੇ ਸ਼ਬਦ ਨੇ ਉੱਥੇ ਲਿਖੇ ਕਿ ਜਿਹੜੇ ਲਿਖ ਕੇ ਲੈ ਗਏ, ਜਿਨ੍ਹਾਂ ਨੂੰ ਰੋਜ਼ ਪੜ੍ਹਦਾ ਹੈ, ਘਰ ਜਾ ਕੇ ਵੀ ਇਹਨਾਂ ਸ਼ਬਦਾਂ ਦਾ ਅਭਿਆਸ ਕਰਦਾ, ਔਰ ਜਿੱਥੇ ਬੈਠਦਾ ਹੈ, ਜਿੱਥੇ ਉੱਠਦਾ ਹੈ, ਧੰਨ ਗੁਰੂ ਨਾਨਕ ਸਾਹਿਬ ਦੀ ਸਿਫਤ ਕਰ ਰਿਹਾ ਹੈ। ਹਿਰਦੇ ਧਰੇ ਸ੍ਰੀ ਨਾਨਕ ਧਿਆਨਾ, ਬੈਠੇ ਜਹਨੁਤ ਕਰੇ ਬਖਾਨਾ। ਹਿਰਦੇ ਵਿੱਚ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਹਰ ਵੇਲੇ ਧਰਦਾ ਹੈ, ਔਰ ਜਿੱਥੇ ਵੀ ਬੈਠਦਾ ਹੈ ਉੱਥੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਦਾ ਹੈ। ਸਾਰਿਆਂ ਨੂੰ ਸੁਣਦਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਐਸੇ ਨੇ ਕਿ ਜਿਹੜੇ ਅੰਦਰ ਦੇ ਹਰ ਇੱਕ ਸਵਾਲ ਦਾ ਜਵਾਬ ਵੀ ਦਿੰਦੇ ਨੇ, ਅੰਦਰ ਦੇ ਭੁਲੇਖੇ ਦੂਰ ਵੀ ਕਰਦੇ ਨੇ, ਜਿਹੜੇ ਖੁਦਾ ਦੇ ਦਰਗਾਹ ਦੇ ਬਾਰੇ ਵੀ ਦੱਸਦੇ ਨੇ, ਉਸ ਦਰਗਾਹ ਦੇ ਵਿੱਚ ਕਬੂਲ ਵੀ ਕਰਾਉਂਦੇ ਨੇ। ਇੱਥੇ ਕਵੀਰਾਜ ਨੇ ਅਧਿਆਇ ਖਤਮ ਕੀਤਾ ਹੈ।
ਅਗਲਾ ਅਧਿਆਇ ਫਿਰ ਇੱਥੋਂ ਸ਼ੁਰੂ ਕਰਦੇ ਲਿਖਦੇ ਨੇ। ਸ੍ਰੀ ਅੰਗਦ ਸੁਣ ਕਥਾ ਮਹਾਨਾ, ਮਾਲੋ ਮੀਤ ਹੁਤੋ ਇੱਕ ਖਾਨਾ। ਕਿਉਂਕਿ ਭਾਈ ਬਾਲਾ ਜੀ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੀ ਕਥਾ ਸੁਣਾ ਰਹੇ ਸਨ, ਹੋਰ ਸਿੱਖ ਸੰਗਤਾਂ ਬੈਠ ਕੇ ਸੁਣ ਰਹੀਆਂ ਸਨ। ਤੇ ਭਾਈ ਬਾਲਾ ਜੀ ਕਹਿੰਦੇ ਨੇ, ਹੇ ਸਤਿਗੁਰੂ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ, ਉਸ ਮਾਲੋ ਦੇ ਬਾਰੇ ਹੋਰ ਸੁਣੋ ਕਿ ਮਾਲੋ ਸ਼ੇਖ ਦਾ ਇੱਕ ਮਿੱਤਰ ਸੀ ਜਿਹੜਾ ਤਕਰੀਬਨ ਹਰ ਰੋਜ਼ ਉਹਨੂੰ ਆ ਕੇ ਮਿਲਦਾ ਹੈ, ਔਰ ਉਹਦਾ ਨਾਂ ਜਿਹੜਾ ਹੈ ਉਹ ਬਾਰੇ ਖਾਨ ਹੈ। ਸੋ ਜਬ ਮਿਲਣੇ ਹੇਤ ਟਿਕ ਆਵਾ, ਉਰ ਕੈ ਹਰਖ ਸਲਾਮ ਅਲਾਵਾ। ਕਹਿੰਦੇ ਉਹ ਬਾਰੇ ਖਾਨ ਜਦੋਂ ਆਪਣੇ ਮਿੱਤਰ ਮਾਲੋ ਸ਼ੇਖ ਨੂੰ ਮਿਲਣ ਵਾਸਤੇ ਆਇਆ ਤੇ ਬੜਾ ਖੁਸ਼ ਸੀ। ਆ ਕੇ ਬੜਾ ਖੁਸ਼ ਹੋ ਕੇ ਉਹਨੇ ਸਲਾਮ ਕੀਤੀ, ਕਿਉਂਕਿ ਉਹਨਾਂ ਵਿੱਚ ਇਵੇਂ ਕਿਹਾ ਜਾਂਦਾ ਨੇ, ਇੱਕ ਸਲਾਮ ਕਹਿੰਦਾ, ਇੱਕ ਕੋ ਵਾਲੇਕੁਮ ਸਲਾਮ ਕਹਿੰਦਾ ਹੈ। ਸਲਾਮ ਜਵਾਬ ਦਾ ਕਰਕੇ ਕੋਲ ਬੈਠ ਗਿਆ ਹੈ। ਬੈਠਿਓ ਨਿਕਟ ਧਰੈ ਅਨੁਰਾਗਾ, ਤਬ ਗੁਰ ਕੇ ਗੁਣ ਗਾਵਣ ਲਾਗਾ। ਜਦੋਂ ਉਹ ਬਾਰੇ ਖਾਨ ਮਾਲੋ ਸ਼ੇਖ ਦੇ ਕੋਲ ਆ ਕੇ ਬੈਠਾ ਤੇ ਬੜੇ ਪਿਆਰ ਦੇ ਵਿੱਚ ਭਿੱਜ ਕੇ ਮਾਲੋ ਸ਼ੇਖ ਨੇ ਧੰਨ ਗੁਰੂ ਨਾਨਕ ਸਾਹਿਬ ਦੇ ਗੁਣ ਗਾਉਣ ਲੱਗ ਗਿਆ ਕਿ ਉਹ ਬਾਰੇ ਖਾਨ ਧੰਨ ਗੁਰੂ ਨਾਨਕ ਸਾਹਿਬ ਜੀ ਸੱਚਮੁੱਚ ਹੀ ਧੰਨ ਨੇ, ਉਹ ਪੀਰਾਂ ਦੇ ਪੀਰ ਨੇ, ਉਹ ਆਪ ਹੀ ਰੱਬ ਪਰਮੇਸ਼ਰ ਨੇ, ਆਪ ਹੀ ਖੁਦਾ ਨੇ, ਆਪ ਹੀ ਰੱਬ ਨੇ। ਸੁਣੋ ਉਬਾਰੇ ਖਾਂ ਜੋ ਖੁਦਾਏ, ਨਾਨਕ ਨਾਮ ਕਹਾਇਓ ਆਏ। ਮਾਲੋ ਸ਼ੇਖ ਕਹਿੰਦਾ ਕਿ ਇਹ ਮੇਰੇ ਮਿੱਤਰ ਉਬਾਰੇ ਖਾਂ ਸੁਣ, ਜਿਹੜੇ ਖੁਦਾ ਦੀ ਬੰਦਗੀ ਆਪਾਂ ਰੋਜ਼ ਕਰਨੇ ਨਾ, ਉਹ ਖੁਦਾ ਇਸ ਸੰਸਾਰ 'ਤੇ ਆਇਆ ਹੈ, ਔਰ ਸੰਸਾਰ ਦੇ ਨੇ ਸਾਡੇ ਨੇੜੇ ਤੇ ਕਰਤਾਰਪੁਰ ਸਾਹਿਬ ਆਇਆ ਹੈ। ਉਸ ਖੁਦਾ ਨੇ ਸਰੀਰ ਧਾਰਨ ਕੀਤਾ ਤੇ ਆਪਣਾ ਨਾਮ ਧੰਨ ਗੁਰੂ ਨਾਨਕ ਜੀ ਰਖਾਇਆ ਹੈ। ਉਹਨਾਂ ਨੇ ਆਪਣਾ ਨਾਮ ਨਾਨਕ ਰਖਾਇਆ ਹੈ। ਜਿਹ ਗੁਣ ਨਾਗਜ ਰਾਜ ਨਿਤ ਗਾਵਤ, ਤਦ ਬੇ ਨਹੀਂ ਪਾਰ ਕੋ ਪਾਵਤ। ਤੇ ਖੁਦਾ ਹੀ ਨਹੀਂ, ਕਹਿੰਦੇ ਉਹ ਨੇ ਜਿਨ੍ਹਾਂ ਦੇ ਸ਼ੇਖਨਾਗ ਰੋਜ਼ ਨਿਤ ਨਵੇਂ ਨਾਂ ਗਾਉਂਦਾ ਹੈ। ਪੂਰੇ ਸ਼ੇਖਨਾਗ ਇਹਦੇ ਵਾਸਤੇ ਇੱਕ ਮਨੌਤ ਹੀ ਹੈ ਨਾ। ਦੇਖੋ ਬੇਨਤੀ ਕਰਦੇ ਹੈ ਕੁਛ ਨਹੀਂ, ਵੇਖਿਆ ਕਿਸੇ ਨੇ, ਪਰ ਇੱਕ ਮਨੌਤ ਹੈ, ਮੰਨਿਆ ਗਿਆ ਹੈ। ਪੂਰੇ ਹਿੰਦੂ ਵੀਰੇ ਮੰਨਦੇ ਨੇ ਕਿ ਸ਼ੇਖਨਾਗ ਦੇ 1000 ਮੂੰਹ ਨੇ ਤੇ 1000 ਮੂੰਹ ਦੇ ਨਾਲ ਨਿਤ ਨਵੇਂ ਨਾਂ ਪਰਮੇਸ਼ਰ ਦੇ ਜਪਦਾ ਹੈ। ਜਿਹੜਾ ਇੱਕ ਵਾਰੀ ਜਪ ਲੈਂਦਾ ਦੁਬਾਰੇ ਨਹੀਂ ਜਪਦਾ। ਹੁਣ ਇਹ ਦੱਸ ਰਿਹਾ ਕਿ ਉਹ ਸ਼ੇਖਨਾਗ ਜਿਹੜਾ ਨਿਤ ਨਵੇਂ ਨਾਮ ਰੱਬ ਦੇ ਜਪਦਾ ਤੇ ਫਿਰ ਵੀ ਉਹਦਾ ਪਾਰਾਵਾਰ ਨਹੀਂ ਨਾ ਪਾ ਸਕਿਆ। ਇਹ ਰੱਬ ਕੋਈ ਹੋਰ ਨਹੀਂ, ਉਹ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਕੋ ਕੈਸੇ ਮੈਂ ਮੁਖ ਤੇ ਭਾਖੂੰ, ਸਦਾ ਨਾਮ ਕੋ ਉਰ ਮੈਂ ਰਾਖੂੰ। ਉਹ ਧੰਨ ਗੁਰੂ ਨਾਨਕ ਸਾਹਿਬ ਜੀ ਕਿੰਦੇ ਵਰਗੇ ਨੇ, ਮੈਂ ਕਿਵੇਂ ਕਵਾਂ, ਕਿਉਂਕਿ ਕਿਸੇ ਦੇ ਨਾਲ ਤਾਂ ਤੁਲਨਾ ਦਿੱਤੀ ਨਹੀਂ ਜਾ ਸਕਦੀ, ਉਹ ਉਪਮਾ ਤੋਂ ਰਹਿਤ ਨੇ। ਬਸ ਮਾਲੋ ਸ਼ੇਖ ਕਹਿੰਦਾ ਕਿ ਉਹ ਬਾਰੇ ਖਾਂ ਇੱਕ ਗੱਲ ਕਹਿ ਰਿਹਾ ਕਿ ਉਹ ਸਭ ਤੋਂ ਵੱਡੇ ਨੇ ਤੇ ਮੈਂ ਨਿੱਤ ਉਹਨਾਂ ਦਾ ਨਾਮ ਆਪਣੇ ਮੁਖ ਦੇ ਵਿੱਚ ਹੁਣ ਰੱਖਣਾ। ਇਕੱਲਾ ਮੁਖ ਵਿੱਚ ਨਹੀਂ, ਹਿਰਦੇ ਵਿੱਚ ਵੀ ਰੱਖਿਆ ਹੈ, ਹਰ ਵੇਲੇ ਉਹਨਾਂ ਨੂੰ ਧਿਆਉਣਾ। ਤੁਮ ਅਬ ਜਾਹੋ ਦਰਸ ਕੋ ਕਰੀਏ, ਉਰ ਕੋ ਸਰਬ ਭਰਮ ਪਰ ਹਰੀਏ। ਹੁਣ ਮਾਲੋ ਸ਼ੇਖ ਕਹਿੰਦਾ ਉਹ ਬਾਰੇ ਖਾਂ ਸੱਚਮੁੱਚ, ਕਿਉਂਕਿ ਤੂੰ ਮੇਰਾ ਮਿੱਤਰ ਹੈ ਤੇ ਜੇ ਖੁਦਾ ਨੂੰ ਮਿਲਣਾ ਨਾ, ਫਿਰ ਖੁਦਾ ਆਇਆ ਹੈ ਕਰਤਾਰਪੁਰ ਸਾਹਿਬ ਵਿੱਚ, ਜਾ ਕੇ ਮਿਲ ਲੈ, ਦਰਸ਼ਨ ਕਰ ਲੈ। ਤੇ ਜਿੰਨੇ ਅੰਦਰ ਭਰਮ ਨੇ, ਭੁਲੇਖੇ ਨੇ ਕੋਈ ਰੱਖੇ ਨਾ, ਸਾਰੇ ਸਵਾਲ ਪੁੱਛ ਲਈ, ਗੁਰੂ ਸਾਹਿਬ ਜੀ ਤੇਰੇ ਸਾਰੇ ਭਰਮ ਦੂਰ ਕਰਨਗੇ। ਅਸ ਸੁਣ ਸ੍ਰੀ ਗੁਰ ਕੇਰ ਪ੍ਰਸ਼ੰਸੂ, ਤੋਰਨ ਚੱਲਿਓ ਖਾਣ ਜਿਸ ਬੰਸੂ। ਜਦੋਂ ਗੁਰੂ ਸਾਹਿਬ ਜੀ ਦੀ ਇੰਨੀ ਪ੍ਰਸ਼ੰਸਾ ਸੁਣੀ ਕਿ ਆਪ ਹੀ ਖੁਦਾ ਨੇ, ਉਹ ਆਪ ਹੀ ਰਾਮ ਨੇ, ਆਪ ਹੀ ਕ੍ਰਿਸ਼ਨ ਨੇ, ਆਪ ਹੀ ਸ਼ਿਵ ਜੀ ਨੇ, ਸਭ ਕੁਛ ਆਪ ਹੀ ਨੇ। ਕਹਿੰਦੇ ਇਹਨੇ ਕੁਝ ਨੇ ਵਿਚਾਰਿਆ, ਬਸ ਉਸੇ ਵੇਲੇ ਇੱਕ ਮਨ ਦੇ ਵਿੱਚ ਚਾਹ ਪੈਦਾ ਹੋਇਆ। ਉੱਠ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ
ਦਰਸ਼ਨ ਕਰਨ ਵਾਸਤੇ ਆਇਆ। ਇਹ ਕਰਤਾਰਪੁਰ ਸਾਹਿਬ ਪਹੁੰਚਿਆ। ਆਏ ਅਸਲਾਮਾਲੇਕਮ ਕਰਕੇ, ਬੈਠਿਓ ਨਿਕਟ ਹਰਖ ਉਰ ਭਰ ਕੇ। ਇਹ ਆਇਆ, ਆ ਕੇ ਇਹਨੇ ਵੀ ਜੋ ਕੁਛ ਬੁਲਾਉਂਦੇ ਸਨ ਸਲਾਮਾਲੇਕਮ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ। ਸਤਿਗੁਰੂ ਜੀ ਨੇ ਕਿਰਪਾ ਦੇ ਘਰ ਵਿੱਚ ਆ ਕੇ ਕੋਲ ਬਿਠਾਇਆ ਹੈ। ਕਹਿਓ ਬੜੋ ਮਤ ਹਿੰਦੂ ਤੁਰਕਾ, ਉਚਰੋ ਤਪਾ ਭੇਦ ਨਿਜ ਉਰਕਾ। ਕਿਉਂਕਿ ਮਾਲੋ ਸ਼ੇਖ ਨੇ ਸਾਰੀਆਂ ਗੱਲਾਂ ਤਾਂ ਨਹੀਂ ਦੱਸੀਆਂ ਕਿ ਮੈਂ ਇਹ ਸਵਾਲ ਕੀਤੇ, ਬਸ ਇੰਨਾ ਕਿਹਾ ਕਿ ਤੇਰੇ ਅੰਦਰ ਜਿਹੜੇ ਭਰਮ ਨੇ ਉਹ ਗੁਰੂ ਸਾਹਿਬ ਜੀ ਦੂਰ ਕਰ ਸਕਦੇ ਨੇ, ਜਾ ਕੇ ਪੁੱਛ ਲੈ। ਕਿਉਂਕਿ ਮਿੱਤਰਤਾ ਵੀ ਅਸਲ ਵਿੱਚ ਖਾਸ ਮਿੱਤਰਤਾ ਜਿਹੜੀ ਹੈ, ਇੱਕ ਤਾਂ ਉੱਤੋਂ ਵਾਲੀ ਮਿੱਤਰਤਾ ਤੇ ਹੋ ਸਕਦਾ ਜਿਹਦੇ ਨਾਲ ਮਰਜ਼ੀ ਕੋਈ ਪਾ ਲਵੇ। ਖਾਸ ਮਿੱਤਰਤਾ ਪੈਂਦੀ ਉੱਥੇ ਜਿੱਥੇ ਵਿਚਾਰਾਂ ਦੀ ਸਾਂਝ ਹੋਵੇ, ਔਰ ਜਿਵੇਂ ਦੇ ਵਿਚਾਰ ਮਾਲੋ ਸ਼ੇਖ ਦੇ ਸਨ ਉਵੇਂ ਦੇ ਉਭਾਰੇ ਖੜਦੇ ਨੇ। ਜਿਹੜਾ ਸਵਾਲ ਮਾਲੋ ਸ਼ੇਖ ਨੇ ਕੀਤਾ ਉਹ ਹੀ ਪਹਿਲਾ ਸਵਾਲ ਆ ਕੇ ਉਭਾਰੇ ਖਾਨ ਨੇ ਕੀਤਾ ਕਿ ਸਤਿਗੁਰੂ ਜੀ ਬੜੋ ਮਤ ਹਿੰਦੂ ਤੁਰਕਾ, ਵੱਡਾ ਧਰਮ ਕਿਹੜਾ ਹੈ, ਹਿੰਦੂ ਕਿ ਤੁਰਕ। ਉਚਰੋ ਤਪਾ ਭੇਦ ਨਿਜ ਉਰਕਾ, ਹੇ ਤਪਾ ਜੀ ਕਿਰਪਾ ਕਰੋ ਇਹ ਭੇਦ ਮੈਨੂੰ ਵੀ ਦੱਸੋ। ਸ੍ਰੀ ਗੁਰ ਭਣਿਓ ਪਖ ਜੇ ਦੋ, 4 ਦਿਵਸ ਕੇ ਜਾਨੋ ਸੂ। ਸਤਿਗੁਰੂ ਜੀ ਮੁਸਕਰਾਏ ਔਰ ਜਾਣਦੇ ਨੇ ਕਿ ਮਾਲੋ ਸ਼ੇਖ ਦਾ ਮਿੱਤਰ ਹੀ ਨਹੀਂ, ਉਹਦੀ ਪਾਰਟੀ ਦਾ ਵੀ ਹੈ। ਸਵਾਲ ਵੀ ਉਹੀ ਹੈ। ਸਤਿਗੁਰੂ ਜੀ ਕਹਿੰਦੇ ਨੇ ਇਹ ਜਿਹੜੇ ਦੋ ਪੱਖ ਜਾਣਦੇ ਨੇ ਨਾ, ਹਿੰਦੂ ਮੁਸਲਮਾਨ, ਔਰ ਜੇ ਆਪਣੇ ਆਪ ਨੂੰ ਨਾਲ ਲਈਏ ਸਿੱਖ ਈਸਾਈ, ਇਹ ਜਿਹੜੇ ਪੱਖ ਅੱਡੋ ਅੱਡ ਜਾਣਦੇ ਨੇ, ਬਸ ਇਹ 4 ਕੁ ਦਿਨਾਂ ਦੀ ਖੇਡ ਹੈ। ਔਰ ਗੁਰੂ ਸਾਹਿਬ ਨੇ ਤਾਂ ਪਾਵਨ ਬਚਨ ਬਾਣੀ ਵਿੱਚ ਵੀ ਕਹੇ ਨੇ, ਇੱਥੇ ਸਮਝਾ ਵੀ ਰਹੇ ਨੇ। ਕਹਿੰਦੇ ਦੇਹ ਮ੍ਰਿਤਕ ਮਾਟੇ ਰਲ ਜਾਹੇ, ਮੂਰਖ ਪਾਂਦੇ ਜਨਮ ਗਵਾਹੇ। ਕਿ 4 ਦਿਨਾਂ ਦੀ ਖੇਡ ਹੈ, ਸਰੀਰ ਮਿੱਟੀ ਦੇ ਵਿੱਚ ਰਲ ਜਾਣੇ ਨੇ, ਮਿੱਟੀ ਹੋ ਜਾਣੇ ਨੇ, ਪਰ ਮੂਰਖ ਇੱਥੇ ਆ ਕੇ ਇਹ ਫਜ਼ੂਲ ਕੰਮਾਂ ਦੇ ਵਿੱਚ ਕਿ ਵੱਡਾ ਮੈਂ, ਵੱਡਾ ਮੇਰਾ ਧਰਮ, ਛੋਟਾ ਤੂੰ, ਤੇਰਾ ਧਰਮ ਛੋਟਾ, ਇਵੇਂ ਦੇ ਫਾਲਤੂ ਕੰਮਾਂ ਦੇ ਵਿੱਚ ਜਨਮ ਗਵਾ ਰਹੇ ਨੇ। ਔਰ ਇਹ ਬਚਨ ਗੁਰੂ ਸਾਹਿਬ ਨੇ ਬਾਣੀ ਵਿੱਚ ਕਹੇ ਸਨ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਿਰਨਾਈ। ਓਏ ਲੈ ਜਾ ਰੇ ਓਏ ਲੈ ਗਾਡੇ, ਤੇਰੇ ਗੱਤ ਦੂਹੂ ਨਾ ਪਾਈ। ਕੇਵਲ ਪਖੰਡਾਂ ਦੇ ਵਿੱਚ ਤੇ ਕਰਮ ਕਾਂਡਾਂ ਵਿੱਚ ਹੀ ਫਸ ਗਏ। ਔਰ ਇਹ ਜਿਹੜਾ ਸਰੀਰ ਮਿਲਿਆ ਸੀ, ਇੱਕ ਨੂੰ ਸਾੜ ਦਿੱਤਾ, ਇੱਕ ਨੂੰ ਦਬਾ ਦਿੱਤਾ, ਬਸ ਜਿਵੇਂ ਦੇ ਆਏ ਉਵੇਂ ਦੇ ਚਲੇ ਗਏ, ਲੈ ਕੇ ਕੁਝ ਵੀ ਨਹੀਂ ਗਏ। ਔਰ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਭਾਰੇ ਖਾਨ ਨੂੰ ਇਸ ਤਰ੍ਹਾਂ ਦਾ ਉਪਦੇਸ਼ ਦੇ ਰਹੇ ਨੇ। ਅੱਗੇ ਜੋ ਬਚਨ ਕਰਨਗੇ ਆਪਾਂ ਕੱਲ੍ਹ ਵਿਚਾਰਾਂਗੇ। ਹੋਈਆਂ ਭੁੱਲਾਂ ਦੀ ਖਿਮਾ। ਆਓ 1-2 ਮਿੰਟ ਹੋਰ ਰਸਨਾ ਦੇ ਨਾਲ ਹਾਜ਼ਰੀ ਲਵਾਈਏ, ਫਿਰ ਸਮਾਪਤੀ ਹੈ ਜੀ। ਵਾਹਿਗੁਰੂ